जो हमरी विद होती मेरे सतगुरा, सा विद तुम हर जानहु आपे। हम रुलते फिरते कोई बात ना पूछता, गुर सतगुर संग कीरे हम थापे। धन धन गुरु नानक जिन केरा, जित मिलै चुकै सब सोख संतापे। सतनाम श्री वाहिगुरु साहिब जीओ। पैरो बाणी नाम दियो जियो की, घर पहला एक ओंकार, सतगुर प्रसाद। रे जिह्वा करों सतखंड, जाम ना उचरस श्री गोबिंद। रे जिह्वा करों सतखंड, जाम ना उचरस श्री गोबिंद। वाहिगुरु जी का खालसा, वाहिगुरु जी की फतेह। परम सन्मानयोग जुगो जुग अटल तख्त चौर छत्र दे मालिक सतगुरु श्री गुरु ग्रंथ साहिब महाराज पातशाह जी की पावन पवित्र हजूरी अंदर बंदी छोड़ दाता मेरी पीरी दे मालिक धन गुरु हरगोबिंद साहिब महाराज जी की मुबारक चरण छो प्राप्त पावन पवित्र अस्थान गुरुद्वारा श्री बौली साहिब जी विखे अमृत वेले तो सजे हुए दीवाना के अंदर हाजरियां भर के जीवन सफला कर रही गुरु खालसा संगत जीओ। अज जो सतगुरु महाराज जी ने शब्द विचार गोचरा बख्शिश किया है, भगत नामदेव जी की रसना तो उचारण किया होया भैरो राग के अंदर श्री गुरु ग्रंथ साहिब महाराज पातशाह जी के पावन पवित्र अंग 1163 के उपर सुभायमान हाँ। सतगुरु महाराज जी बख्शिश करन गुरमत विचारां की सांझ करिए। अज साहब सतगुरु चौथे पातशाह सोढ़ी सुल्तान धन धन रामदास कौर जिन सिरिया तिने सवारिया। सतगुरु गुरु रामदास महाराज पातशाह जी का ज्योति जोत पुरब है। शब्द के विचार के नाल सतगुरु महाराज जी के जीवन
ਜੋਤੀ ਜੋਤ ਪੁਰਬ ਨੂੰ ਸਮਰਪਿਤ ਹੋ ਕਰਕੇ ਵੀ ਵਿਚਾਰਾਂ ਦੀ ਸਾਂਝ ਕਰਾਂਗੇ। ਆਪ ਸੰਗਤ ਅਸੀਸ ਬਖਸ਼ੋ, ਮਨ ਬਿਰਤੀਆਂ ਕਰੋ ਇਕਾਗਰ। ਆਓ ਸਤਿਗੁਰ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਵਾਈਏ। ਅਦਬ ਪਿਆਰ ਸਤਿਕਾਰ ਦੇ ਨਾਲ ਰਸਨਾ ਕਰੋ ਪਵਿੱਤਰ, ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ। ਸਾਰੇ ਕਰੋ ਜੀ ਕਿਰਪਾ, ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦਾ ਪ੍ਰਕਾਸ਼ ਪਿਤਾ ਹਰਦਾਸ ਜੀ ਮਾਤਾ ਦਇਆ ਕੌਰ ਜੀ ਦੇ ਗ੍ਰਹਿ ਵਿਖੇ ਲਾਹੌਰ ਦੇ ਅੰਦਰ ਇੱਕ ਇਲਾਕਾ ਹੈ ਜਿਹਨੂੰ ਚੂਨਾ ਮੰਡੀ ਆਖਦੇ ਨੇ। ਚੂਨਾ ਮੰਡੀ ਇਸ ਕਰਕੇ ਆਖਦੇ ਸੀ ਕਿ ਉੱਥੇ ਹੀਰਿਆਂ ਦਾ ਵਪਾਰ ਕੀਤਾ ਜਾਂਦਾ ਸੀ, ਇਸ ਕਰਕੇ ਉਹਨੂੰ ਚੂਨਾ ਮੰਡੀ, ਹੀਰਿਆਂ ਦੇ ਵਪਾਰ ਦਾ ਇਲਾਕਾ ਆਖਿਆ ਜਾਂਦਾ। ਜਿਵੇਂ ਦੁਨੀਆ ਦੇ ਵਿੱਚ ਬਹੁਤੇ ਜਿਹੜੇ ਧਾਰਮਿਕ ਪੁਰਸ਼ ਹੋਏ ਔਰ ਜਿਨ੍ਹਾਂ ਨੇ ਰੱਬ ਨੂੰ ਪ੍ਰਾਪਤ ਕੀਤਾ, ਜਿਵੇਂ ਅੱਜ ਦਾ ਸ਼ਬਦ ਹੈ ਭਗਤ ਨਾਮਦੇਵ ਜੀ, ਭਗਤ ਕਬੀਰ ਸਾਹਿਬ, ਰਵਿਦਾਸ ਜੀ, ਸਧਨਾ ਜੀ, ਸੈਨ ਜੀ, ਬਹੁਤ ਸਾਰੇ ਐਸੇ ਅਨੇਕਾਂ ਰੱਬੀ ਪੁਰਸ਼ ਹੋਏ ਨੇ ਜਿਨ੍ਹਾਂ ਦਾ ਜੀਵਨ ਜਿਹੜਾ ਹੈ ਨਾ ਆਰੰਭਲਾ ਕਾਲ ਹੈ, ਜਨਮ ਜਿਹੜਾ ਹੈ ਉਹ ਬਹੁਤ ਗਰੀਬੀ ਦੇ ਵਿੱਚ ਹੋਇਆ। ਹਜ਼ਰਤ ਈਸਾ ਜਿਹੜੇ ਸਨ ਨਾ, ਉਹ ਵੀ ਜਦੋਂ ਜਨਮ ਹੋਇਆ ਸੀ ਤੇ ਭੇਡਾਂ ਬੱਕਰੀਆਂ ਦਾ ਵਾੜਾ ਸੀ ਜਿਹਦੇ ਵਿੱਚ ਜਨਮ ਹੋਇਆ। ਪਹਿਲੀ ਵਾਰੀ ਭੰਗੂੜਾ ਨਸੀਬ ਨਹੀਂ ਸੀ ਹੋਇਆ, ਭੇਡਾਂ ਦੀ ਖੁਰਲੀ ਨਸੀਬ ਹੋਈ ਸੀ, ਉਹਦੇ ਵਿੱਚ ਉਹਨੂੰ ਪਾ ਕੇ ਰੱਖਿਆ ਗਿਆ ਸੀ। ਹਜ਼ਰਤ ਮੁਹੰਮਦ ਸਾਹਿਬ ਵੀ ਅੱਤ ਦੇ ਗਰੀਬ ਘਰਾਣੇ ਦੇ ਵਿੱਚੋਂ ਸੀ ਔਰ ਗਰੀਬੀ ਇਤਨੀ ਸੀ ਕਿ ਆਪਣੇ ਆਪ ਨੂੰ ਵੀ ਇੱਕ ਵਾਰੀ ਵੇਚਣਾ ਪੈ ਗਿਆ, ਆਪਣੇ ਆਪ ਨੂੰ ਵੀ ਵੇਚ ਦਿੱਤਾ ਹੈ। ਬਹੁਤ ਸਾਰੇ ਐਸੇ ਰੱਬੀ ਪੁਰਸ਼ ਹੋਏ ਨੇ ਜਿਹੜੇ ਅੱਤ ਦੀ ਗਰੀਬੀ ਦੇ ਵਿੱਚ ਜਿਨ੍ਹਾਂ ਦਾ ਜਨਮ ਹੋਇਆ, ਪਰ ਮਨ ਜੇ ਤਨ ਅੱਤ ਦਾ ਗਰੀਬ ਸੀ ਤੇ ਮਨ ਅੱਤ ਦਾ ਅਮੀਰ ਸੀ। ਜੇ ਬਾਹਰੋਂ ਬਹੁਤ ਗਰੀਬੀ ਸੀ ਪਰ ਅੰਦਰ ਜਿਹੜਾ ਸੀ ਨਾ ਮਨ ਬਹੁਤ ਅਮੀਰ ਸੀ। ਇਵੇਂ ਹੀ ਐਸੇ ਹੀ ਘਰਾਨਾ ਹੈ ਬਾਬਾ ਹਰਦਾਸ ਜੀ ਦਾ, ਜਿਨ੍ਹਾਂ ਦੇ ਗ੍ਰਹਿ ਵਿਖੇ ਪੁੱਤਰ ਦਾ ਜਨਮ ਹੁੰਦਾ ਹੈ ਤੇ ਅਜੇ ਕੋਈ 2 ਸਾਲ ਦੀ ਹੀ ਉਮਰ ਹੋਈ ਤੇ ਮਾਤਾ ਚੜ੍ਹਾਈ ਕਰ ਜਾਂਦੇ ਨੇ। 7 ਸਾਲ ਦੀ ਉਮਰ ਦੇ ਵਿੱਚ ਪਿਤਾ ਚੜ੍ਹਾਈ ਕਰ ਜਾਂਦੇ ਨੇ। ਹੁਣ ਪਰਿਵਾਰ ਦੇ ਵਿੱਚ ਐਸਾ ਕੋਈ ਵੀ ਨਹੀਂ ਕਿ ਜਿਹੜਾ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਜੀ ਨੂੰ ਸਹਾਰਾ ਦਿੰਦਾ, ਉਹਨਾਂ ਦਾ ਪਾਲਣ ਪੋਸ਼ਣ ਕਰ ਦਿੰਦਾ, ਉਹਨਾਂ ਨੂੰ 4 ਦਿਨ ਰੋਟੀ ਖਵਾ ਦਿੰਦਾ। ਕਿਸੇ ਨੇ ਉਹਨਾਂ ਦੀ ਬਾਂਹ ਨਹੀਂ ਫੜੀ। ਇਤਿਹਾਸ ਕਹਿੰਦਾ ਹੈ ਕਿ ਜਿੰਨੇ ਕੁ ਦੁੱਖ ਜ਼ਿੰਦਗੀ ਦੇ ਵਿੱਚ ਹੁੰਦੇ ਆ ਨਾ, ਉਹ ਸਾਰੇ ਹੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਹੰਢਾਏ ਨੇ। ਕੋਲ ਰਿਸ਼ਤਾ ਹੋਰ ਕੋਈ ਨਹੀਂ, ਕੇਵਲ ਨਾਨੀ ਹੈ ਤੇ ਨਾਨੀ ਦੀ ਹਾਲਤ ਵੀ ਬਹੁਤੀ ਚੰਗੀ ਨਹੀਂ ਆ, ਉਹ ਵੀ ਗਰੀਬ ਪਰਿਵਾਰ ਹੈ। ਨਾਨੀ ਜਦੋਂ ਪਹਿਲੀ ਵਾਰੀ ਧੀ ਦੇ ਸੰਸਕਾਰ ਤੇ ਗਈ ਸੀ ਤੇ ਉਸ ਦਿਨ ਹੌਸਲਾ ਇਹ ਦੇ ਕੇ ਆਏ ਸੀ ਕਿ ਚਲੋ ਕੋਈ ਨਹੀਂ, ਮਾਂ ਨਹੀਂ ਤਾਂ ਪਿਓ ਹੈ, ਉਹ ਸਾਂਭ ਸੰਭਾਲ ਕਰੇਗਾ। ਪਰ ਜਿਸ ਦਿਨ ਪਿਤਾ ਬਾਬਾ ਹਰਦਾਸ ਦੀ ਚੜ੍ਹਾਈ ਕਰ ਜਾਂਦੇ ਨੇ ਤੇ ਨਾਨੀ ਨੇ ਉਸ ਦਿਨ ਆਪਣੇ ਦੋਤੇ ਨੂੰ ਕਿਹਾ ਸੀ, ਬੇਟਾ ਦੇਖ ਇੱਥੇ ਅੱਜ ਕੋਈ ਨਹੀਂ ਜਿਹੜਾ ਤੇਰੀ ਬਾਂਹ ਫੜ ਸਕੇ। 4 ਦਿਨ ਉੱਥੇ ਵੀ ਘੁੰਗਣੀਆਂ ਵੇਚੀਆਂ ਲਾਹੌਰ ਦੇ ਵਿੱਚ, ਪਰ ਨਾਨੀ ਨੇ ਇਹ ਗੱਲ ਕਹੀ ਸੀ, ਬੇਟਾ ਜੇ ਆਪ ਹੀ ਕਰਕੇ ਖਾਣਾ ਫਿਰ ਇੱਥੇ ਕਿਉਂ, ਚੱਲ ਮੇਰੇ ਨਾਲ ਬਾਸਰ ਕੇ ਚੱਲਦੇ ਆ। 4 ਕੱਪੜੇ ਜਿੰਨੇ ਕੁ ਸੀ ਉਹ ਇੱਕ ਪੋਟਲੀ ਦੇ ਵਿੱਚ ਬੰਨੇ ਤੇ ਕੱਪੜੇ ਬੰਨ ਕੇ ਨਾ ਜਦੋਂ ਘਰੇ ਤੁਰ ਲੱਗੇ ਆ ਤੇ ਘਰ ਨੂੰ ਜਦੋਂ ਜਿੰਦਰਾ ਮਾਰਿਆ ਜਾਂਦਾ ਨਾ ਤੇ ਸੁਭਾਵਕ ਸੀ, ਬੱਚੇ ਦਾ ਸੁਭਾਅ ਸੀ। ਗੁਰੂ ਰਾਮਦਾਸ ਮਹਾਰਾਜ ਜੀ ਨੇ ਨਾਨੀ ਨੂੰ ਪੁੱਛਿਆ, ਨਾਨੀ ਆਪਾਂ ਫਿਰ ਕਦੋਂ ਆਵਾਂਗੇ ਇੱਥੇ?
ਨਾਨੀ ਜਿਸ ਘਰ ਨੂੰ ਆਪਾਂ ਜਿੰਦਰਾ ਮਾਰ ਕੇ ਚੱਲੇ ਇਹਨੂੰ ਕਿੱਦੋਂ ਆ ਕੇ ਖੋਲਾਂਗੇ। ਨਾਨੀ ਦੀਆਂ ਅੱਖਾਂ ਭਰ ਆਈਆਂ। ਨਾਨੀ ਨੇ ਦੋਤੇ ਨੂੰ ਛਾਤੀ ਦੇ ਨਾਲ ਲਾ ਕੇ ਜੱਫੀ ਦੇ ਵਿੱਚ ਗਲਵੱਕੜੀ ਦੇ ਵਿੱਚ ਲਿਆ ਤੇ ਕਹਿਣ ਲੱਗੀ, ਪੁੱਤ ਵੇ ਹੋ ਸਕਦਾ ਹੈ ਕਿ ਅਸੀਂ ਕਦੀ ਪਰਤ ਕੇ ਫਿਰ ਇੱਥੇ ਨਾ ਆਈਏ। ਜਦੋਂ ਬਾਸਰ ਕੇ ਲੈ ਕੇ ਗਏ ਤੇ ਪਹਿਲੇ ਦਿਨ ਉਦਾਸ ਜਿਹੇ ਚਿਹਰੇ ਦੇ ਨਾਲ ਬੈਠੇ ਨੇ, ਵਿਹੜੇ ਦੇ ਵਿੱਚ ਮੰਜੇ ਤੇ ਬੈਠੇ ਨੇ। ਲੋਕ ਆਏ ਅਫਸੋਸ ਕਰਨ ਵਾਸਤੇ। ਸਾਰਾ ਦਿਨ ਅਫਸੋਸ ਦੇ ਵਿੱਚ ਲੰਘਿਆ। ਸ਼ਾਮ ਹੋਈ। ਨਾਨੀ ਨੇ ਕਿਹਾ ਦੋਤੇ ਨੂੰ, ਬੇਟਾ ਤੂੰ ਉਦਾਸ ਹੋ ਗਿਆ ਹੋਏਗਾ ਨਾ, ਤੂੰ ਜਾ ਬਾਹਰ ਖੇਡਿਆ, ਬੱਚੇ ਬਾਹਰ ਖੇਡਦੇ ਹੋਏ ਨੇ। ਗੁਰੂ ਰਾਮਦਾਸ ਮਹਾਰਾਜ ਛੋਟੀ ਜਿਹੀ ਉਮਰ 'ਚ ਬਾਹਰ ਜਾਂਦੇ ਨੇ, ਬੱਚੇ ਹਮ ਉਮਰ ਮਿਲੇ ਤੇ ਖੇਡਣ ਗਏ। ਨਾਨੀ ਆਪਣਾ ਕੰਮਕਾਰ ਕਰਨ ਲੱਗ ਪਈ। ਇਹਨੇ ਨੂੰ ਦੇਖਿਆ ਕਿ ਬੱਚਾ ਫਿਰ ਦੋਤਾ ਫਿਰ ਵਿਹੜੇ ਦੇ ਵਿੱਚ ਆ ਕੇ ਮੰਜੇ ਤੇ ਬੈਠਾ ਹੈ। ਨਾਨੀ ਆਈ ਕੋਲ ਆ ਕੇ ਪੁੱਛਿਆ, ਪੁੱਤ ਵਾਪਸ ਆ ਗਿਆ, ਕੀ ਗੱਲ ਇੰਨੀ ਛੇਤੀ ਆ ਗਿਆ? ਫਿਰ ਆਪ ਹੀ ਉੱਤਰ ਦੇ ਦਿੱਤਾ, ਕਹਿੰਦੀ ਤੇਰੀ ਅਜੇ ਇੱਥੇ ਦੋਸਤੀ ਨਹੀਂ ਨਾ ਹੋਣੀ ਕਿਸੇ ਨਾਲ, ਤੇਰੀ ਜਾਣ ਪਹਿਚਾਣ ਨਹੀਂ ਹੈਗੀ, ਇਸ ਕਰਕੇ ਤੈਨੂੰ ਖਿਡਾਇਆ ਨਹੀਂ ਹੋਣਾ, ਤੂੰ ਤਾਂ ਆ ਗਿਆ। ਗੁਰੂ ਰਾਮਦਾਸ ਮਹਾਰਾਜ ਜੀ ਨੇ ਜਵਾਬ ਅੱਗੋਂ ਦਿੱਤਾ, ਕਹਿੰਦੇ ਨਹੀਂ ਨਾਨੀ, ਦੋਸਤੀ ਤਾਂ ਮੇਰੀ ਹੋ ਗਈ ਸੀ, ਬੱਚੇ ਮੈਨੂੰ ਖਿਡਾਉਣ ਲੱਗ ਪਏ ਸੀ, ਪਰ ਕਹਿੰਦੇ ਜਦੋਂ ਉਹਨਾਂ ਦੀਆਂ ਮਾਵਾਂ ਆਈਆਂ ਉਹਨਾਂ ਨੂੰ ਬਾਹਾਂ ਤੋਂ ਫੜ ਕੇ ਲੈ ਗਈਆਂ ਕਿ ਇਹ ਤਾਂ ਆਪਣੇ ਮਾਂ-ਬਾਪ ਖਾ ਗਿਆ, ਜੇ ਤੁਸੀਂ ਇਹਨਾਂ ਨਾਲ ਖੇਡੋਗੇ ਤੁਹਾਡਾ ਇਹੀ ਹਾਲ ਹੋ ਜਾਏਗਾ। ਤੇ ਨਾਨੀ ਨੂੰ ਕਹਿਣ ਲੱਗਾ, ਨਾਨੀ ਮੈਂ ਇੰਨਾ ਹੀ ਮਾੜਾ? ਨਾਨੀ ਦੀਆਂ ਅੱਖਾਂ ਦੇ ਵਿੱਚੋਂ ਅਥਰੂ ਨੇ, ਪਰ ਕਿਆ ਕੁਝ ਨਹੀਂ। ਉਸ ਨਗਰ ਦੇ ਵਿੱਚ ਹੀ ਨਾਨੀ ਨੇ ਫਿਰ ਬਾਸਰਕੇ ਦੇ ਅੰਦਰ ਘੁੰਗਣੀਆਂ ਉਬਾਲ ਕੇ ਦੇਣੀਆਂ ਤੇ ਘੁੰਗਣੀਆਂ ਕਹਿਣਾ ਕਿ ਬੇਟਾ ਇਹਨਾਂ ਨੂੰ ਵੇਚਿਆ। ਦੱਸ ਦਿੱਤਾ ਕਿ ਜੇ ਕੋਈ ਇੰਨੇ ਕੁ ਪੈਸੇ ਦੇਵੇ ਨਾ ਉਹਨੂੰ ਇੱਕ ਮੁੱਠ ਦੇਣੀ ਘੁੰਗਣੀਆਂ ਦੀ, ਜੇ ਕੋਈ ਜ਼ਿਆਦਾ ਪੈਸੇ ਦੇਵੇ ਉਹਨੂੰ 2 ਮੁੱਠਾਂ ਉਹਦੀ ਝੋਲੀ ਦੇ ਵਿੱਚ, ਉਹਦੀ ਬੁੱਕ ਦੇ ਵਿੱਚ ਪਾ ਦੀ। ਜੇ ਕੋਈ ਇੰਨੇ ਪੈਸੇ ਦੇ ਉਹਨੂੰ 4 ਮੁੱਠਾਂ ਦੇ ਦੇਣੀਆਂ। ਉਹਨੂੰ ਸਮਝਾ ਦਿੱਤਾ। ਹੁਣ ਭਾਈ ਜੇਠਾ ਗੁਰੂ ਰਾਮਦਾਸ ਮਹਾਰਾਜ ਸਿਰ ਦੇ ਉੱਤੇ ਛਾਬੜੀ ਰੱਖੀ। ਹੁਣ ਜਿਹੜੀ ਉਮਰ ਤਾਂ ਦੇਖੋ ਅੱਜ ਸਾਡੇ ਬੱਚੇ ਆ ਨਾ, ਅਸੀਂ 7 ਸਾਲ ਦੇ ਬੱਚੇ ਦੇ ਸਿਰ ਦੇ ਘੁੰਗਣੀਆਂ ਦੀ ਟੋਕਰੀ ਦੇਖੀਏ ਕਿ ਉਹ ਹੱਥੀਂ ਕਿਰਤ ਕਰਨ ਵਾਸਤੇ ਤੋਰ ਦਿੱਤਾ। ਅਸੀਂ ਤਾਂ ਆਪਣੇ ਬੱਚੇ ਨੂੰ ਇਕੱਲਿਆਂ ਬਾਜ਼ਾਰ ਵੀ ਨਹੀਂ ਭੇਜਦੇ, ਪਰ ਉਹ ਨਾਨੀ ਦਾ ਜਿਗਰਾ ਕਿੱਡਾ ਵੱਡਾ ਹੋਏਗਾ ਕਿ ਜਿਹੜੀ ਉਮਰ ਦੋਤੇ ਦੀ ਪੜ੍ਹਨ ਦੀ ਸੀ, ਜਿਹੜੀ ਉਮਰ ਖੇਡਣ ਦੀ ਸੀ, ਜਿਹੜੀ ਉਮਰ ਲਾਡ ਲਡਾਉਣ ਦੀ ਸੀ, ਜਿਹੜੀ ਉਮਰ ਮੰਜੀ ਤੇ ਗੋਦ ਵਿੱਚ ਬਿਠਾ ਕੇ ਮੂੰਹ ਦੇ ਵਿੱਚ ਬੁਰਕੀਆਂ ਦੇ ਕੇ ਖਵਾਉਣ ਦੀ ਸੀ, ਉਸ ਉਮਰ ਦੇ ਵਿੱਚ ਸਿਰ ਦੇ ਉੱਤੇ ਛਾਬੜੀ ਹੈ ਤੇ ਹੱਥ ਜਿਹੜੇ ਨੇ ਉਹ ਕਿਰਤ ਵਾਲੇ ਪਾਸੇ ਤੋਰ ਦਿੱਤੇ ਆ। ਜਦੋਂ ਘੁੰਗਣੀਆਂ ਵੇਚ ਕੇ ਆਉਣੀਆਂ ਤੇ ਆ ਕੇ ਨਾਨੀ ਨੂੰ ਪੈਸੇ ਦੇਣੇ। ਇੱਕ ਦਿਨ ਘੁੰਗਣੀਆਂ ਲੈ ਕੇ ਗਏ ਤੇ ਛੇਤੀ ਵਾਪਸ ਆ ਗਏ। ਨਾਨੀ ਅਕਸਰ ਡਰ ਜਾਂਦੀ ਸੀ ਕਿ ਕੋਈ ਕਿਸੇ ਨੇ ਦੌਕਾ ਨਾ ਮਾਰ ਦਿੱਤਾ ਹੋਵੇ, ਕਿਸੇ ਨੇ ਝਿੜਕ ਨਾ ਦਿੱਤਾ ਹੋਵੇ। ਨਾਨੀ ਕਹਿੰਦੀ, ਪੁੱਤ ਇੰਨੀ ਜਲਦੀ ਵਾਪਸ ਆ ਗਿਆ ਤੂੰ? ਕਹਿੰਦਾ, ਨਾਨੀ ਅੱਜ ਸਾਰੀਆਂ ਘੁੰਗਣੀਆਂ ਵਿਕ ਗਈਆਂ। ਪੁੱਤ ਇੱਥੇ ਕਿਹੜਾ ਇੰਨਾ ਅਮੀਰ ਮਿਲ ਗਿਆ ਜਿਹਨੇ ਸਾਰੀਆਂ ਹੀ ਖਰੀਦ ਲੀਆਂ? ਨਾਲੇ ਘੁੰਗਣੀਆਂ ਤੇ ਗਰੀਬ ਲੋਕ ਖਾਂਦੇ ਨੇ, ਇਹ ਕਿੰਨੇ ਇੰਨੀਆਂ ਖਰੀਦ ਲੀਆਂ? ਤੇ ਜੇ ਪੁੱਤ ਵੇਚ ਆਇਆ ਤੇ ਪੈਸੇ ਕਿੱਥੇ ਨੇ ਘੁੰਗਣੀਆਂ ਦੇ? ਕਹਿਣ ਲੱਗਾ, ਨਾਨੀ ਘੁੰਗਣੀਆਂ ਤੇ ਵੇਚੀਆਂ ਪਰ ਪੈਸਾ ਕੋਈ ਨਹੀਂ ਮੈਂ ਲੈ ਕੇ ਆਇਆ। ਨਾਨੀ ਨੇ ਕੋਲ ਬਿਠਾ ਕੇ ਕਿਹਾ, ਪੁੱਤ ਸੱਚ ਦੱਸ, ਗੱਲ ਕੀ ਆ? ਕਹਿੰਦਾ, ਨਾਨੀ ਮੈਂ ਘੁੰਗਣੀਆਂ ਲੈ ਕੇ ਜਾਣ ਦਿਆ ਸੀ ਤੇ ਪਿੱਛੋਂ ਆਵਾਜ਼ ਆਈ, ਪੁੱਤ ਵੇ। ਮੇਰੇ ਮਨ 'ਚ ਆਇਆ ਕਿ ਮੈਨੂੰ ਪੁੱਤ ਕਿੰਨੇ ਆਖਣਾ ਹੈ। ਮੈਂ ਅੱਗੇ ਤੁਰਿਆ ਤੇ ਫਿਰ ਆਵਾਜ਼ ਕਿਸੇ ਨੇ ਦਿੱਤੀ, ਵੇ ਘੁੰਗਣੀਆਂ ਵਾਲੇ ਪੁੱਤ ਵੇ। ਕਹਿੰਦਾ, ਮੈਂ ਖੜ ਗਿਆ। ਮੈਂ ਸੋਚਿਆ ਕਿ ਘੁੰਗਣੀਆਂ ਤੇ ਮੈਂ ਹੀ ਵੇਚਦਾ ਪਿਆ, ਤੇ ਖੜ ਕੇ ਜਦੋਂ ਪਿੱਛੇ ਵੇਖਿਆ ਇੱਕ ਬਜ਼ੁਰਗ ਸੀ। ਉਹਨੇ ਆਵਾਜ਼ ਦੇ ਕੇ ਕਿਹਾ, ਪੁੱਤ ਮੈਨੂੰ ਭੁੱਖ ਬਹੁਤ ਲੱਗੀ, ਮੈਨੂੰ ਘੁੰਗਣੀਆਂ ਦੇਵੇਂਗਾ? ਕਹਿੰਦੇ, ਮੈਂ ਕਿਹਾ ਹਾਂ ਜ਼ਰੂਰ ਦੇਵਾਂਗਾ। ਕਹਿੰਦਾ, ਪਰ ਮੇਰੇ ਤੋਂ ਪੈਸੇ ਕੋਈ ਨਹੀਂ ਹੈਗੇ, ਮੈਂ ਤੈਨੂੰ ਪੈਸੇ ਨਹੀਂ ਦੇ ਸਕਦਾ, ਘੁੰਗਣੀਆਂ ਦੇ ਬਦਲੇ ਅਸੀਸਾਂ ਜ਼ਰੂਰ ਦੇ ਸਕਦਾ। ਕਹਿੰਦੇ, ਬਾਬਾ ਤੂੰ ਬੈਠ ਕੇ ਖਾ, ਤੂੰ ਜਿੰਨੀਆਂ ਖਾਣੀਆਂ ਚਾਹੇ। ਅੱਜ ਜੋ ਤੂੰ ਮੈਨੂੰ ਦੇ ਦਿੱਤਾ ਕਿਸੇ ਨੇ ਨਹੀਂ ਅੱਜ ਤੱਕ ਦਿੱਤਾ। ਕਹਿੰਦੇ, ਉਹ ਖਾਈ ਗਿਆ ਤੇ ਮੈਂ ਉਹਦੀ ਬੁੱਕ ਦੇ ਵਿੱਚ ਪਾਈ ਗਿਆ।
ਕਹਿੰਦੇ ਖਾਂਦਾ ਖਾਂਦਾ ਸਾਰੀਆਂ ਹੀ ਖਾ ਗਿਆ ਨਾਨੀ। ਤੇ ਕਹਿੰਦੇ ਮੇਰੇ ਮਨ ਨੂੰ ਬੜੀ ਖੁਸ਼ੀ ਹੋਈ ਕਿ ਅੱਜ ਮੈਨੂੰ ਕਿਸੇ ਨੇ ਪੁੱਤ ਕਹਿ ਕੇ ਪੁਕਾਰਿਆ। ਨਾਨੀ ਅੱਖਾਂ ਭਰ ਆਈਆਂ, ਦੋਤੇ ਨੂੰ ਛਾਤੀ ਦੇ ਨਾਲ ਲਾ ਕੇ ਨਾਨੀ ਨੇ ਰੱਬ ਦੇ ਅੱਗੇ ਅਰਦਾਸ ਕੀਤੀ ਕਿ ਮਾਲਕਾ, ਜਿਹਨੂੰ ਮਨ ਇੰਨਾ ਵੱਡਾ ਦਿੱਤਾ, ਜਿਹਨੂੰ ਇੰਨਾ ਅਮੀਰ ਦਿਲ ਦੇ ਦਿੱਤਾ, ਉਹਨੂੰ ਗਰੀਬ ਕਿਉਂ ਤੂੰ ਬਣਾਇਆ? ਉਹਨੂੰ ਜੇਬ ਵੱਡੀ ਦੇ ਤਾਂ ਕਿ ਲੋਕਾਂ ਵਿੱਚ ਵੰਡ ਸਕੇ। ਉਧਰੋਂ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਗੁਰਤਾ ਗੱਦੀ ਤੇ ਬੈਠੇ ਆ, ਗੋਇੰਦਵਾਲ ਨਗਰ ਵਸਾਇਆ। ਤੇ ਨਾਨੀ ਨੇ ਵੀ ਕਿਹਾ ਕਿ ਪੁੱਤ ਨਗਰ ਨਵਾਂ ਵਸਿਆ ਤੇ ਰਾਹੀ ਬਹੁਤੇ ਆਉਣਗੇ, ਉੱਥੇ ਤੇਰਾ ਵੀ ਕੰਮ ਚੱਲੇਗਾ, ਚੱਲ ਉੱਥੇ ਚੱਲਦੇ ਆ, ਘੁੰਗਣੀਆਂ ਉੱਥੇ ਵੇਚਾਂਗੇ। ਘੁੰਗਣੀਆਂ ਵੇਚਣੀਆਂ ਤੇ ਨਾਲੇ ਸਤਿਗੁਰੂ ਮਹਾਰਾਜ ਜੀ ਦੀ ਸੰਗਤ ਕਰਨੀ। ਬਾਣੀ ਦੇ ਨਾਲ ਇੰਨਾ ਕੁ ਪ੍ਰੇਮ ਹੋ ਗਿਆ, ਘੁੰਗਣੀਆਂ ਵੇਚ ਕੇ ਫਿਰ ਟੋਕਰੀ ਸਿਰ ਦੇ ਉੱਤੇ ਰੱਖ ਲੈਣੀ ਤੇ ਸੇਵਾ ਦੇ ਵਿੱਚ ਜੁਟੇ ਰਹਿਣਾ। ਇੱਕ ਦਿਨ ਹੁਣ ਦੇਖੋ, ਸਭ ਤੋਂ ਵੱਡਾ ਸਹਾਰਾ ਸੀ ਮਾਂ ਤੇ ਪਿਤਾ ਦਾ, ਉਹ ਵੀ ਸਾਥ ਛੱਡ ਜਾਂਦਾ ਹੈ। ਇੱਕ ਰਿਸ਼ਤੇ ਦੇ ਵਿੱਚ ਕੇਵਲ ਨਾਨੀ ਬਚੀ ਸੀ, ਹੋਰ ਕੋਈ ਰਿਸ਼ਤਾ ਨਹੀਂ ਸੀ ਰਹਿ ਗਿਆ। ਤੇ ਨਾਨੀ ਨੂੰ ਵੀ ਜਿੱਦਣ ਲੱਗਿਆ ਨਾ ਕਿ ਮੇਰੇ ਵੀ ਪ੍ਰਾਣ ਹੁਣ ਨਿਕਲਣ ਵਾਲੇ ਨੇ, ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦੇ ਚਰਨਾਂ 'ਚ ਬੇਨਤੀ ਕੀਤੀ, ਸਤਿਗੁਰੂ, ਤੁਹਾਨੂੰ ਗੁਰੂ ਅੰਗਦ ਦੇਵ ਮਹਾਰਾਜ ਨੇ ਕਿਹਾ ਕਿ ਤੁਸੀਂ ਨਿਮਾਣਿਆਂ ਦੇ ਮਾਨ ਹੋ। ਕਹਿੰਦੇ ਜੇਠੇ ਦਾ ਵੀ ਕੋਈ ਨਹੀਂ, ਇਹ ਨਿਮਾਣਾ ਹੈ, ਇਹਦਾ ਮਾਨ ਬਣ ਜਾਇਓ ਤੁਸੀਂ। ਸਤਿਗੁਰੂ ਮਹਾਰਾਜ, ਤੁਸੀਂ ਨਿਓਟਿਆਂ ਦੀ ਓਟ ਹੋ, ਕੋਈ ਵੀ ਆਸਰਾ ਨਹੀਂ ਜੇਠੇ ਦਾ, ਮਹਾਰਾਜ ਇਹਦਾ ਆਸਰਾ ਬਣਿਓ। ਮਹਾਰਾਜ ਤੁਸੀਂ ਨਿਤਾਣਿਆਂ ਦੇ ਤਾਨ ਹੋ, ਇਹਦੀ ਕੋਈ ਤਾਕਤ ਨਹੀਂ, ਇਹ ਤਾਂ ਵਿਚਾਰਾ ਘੁੰਗਣੀਆਂ ਵੇਚ ਕੇ ਗੁਜ਼ਾਰਾ ਕਰਦਾ ਹੈ। ਮਹਾਰਾਜ ਇਹਦਾ ਤੁਸੀਂ ਭਰੋਸਾ ਤਾਕਤ ਬਣਿਓ। ਸਤਿਗੁਰੂ ਮਹਾਰਾਜ, ਮੇਰੇ ਪ੍ਰਾਣ ਚੱਲੇ ਨੇ ਤੇ ਜੇਠੇ ਦੀ ਬਾਂਹ ਫੜ ਲਿਓ। ਸਤਿਗੁਰੂ ਮਹਾਰਾਜ, ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਨੇ ਕਿਹਾ ਕਿ ਤੂੰ ਮਨ ਦੇ ਵਿੱਚ ਸੋਚਦੀ ਹੈ ਕਿ ਇਹਦਾ ਕੋਈ ਨਹੀਂ, ਤੂੰ ਸੋਚਦੀ ਹੈ ਕਿ ਕਿਸੇ ਜੋਗਾ ਨਹੀਂ, ਇਹਦੇ ਕੋਲ ਖਾਣ ਦੇ ਵਾਸਤੇ ਰੋਟੀ ਵੀ ਨਹੀਂ ਆ, ਪਰ ਸੱਚ ਕਰਕੇ ਜਾਣੀ, ਐਸਾ ਇੱਕ ਦਿਨ ਆਵੇਗਾ ਜਿਹੜੇ ਸੰਸਾਰ ਤੇ ਆਂਦੇ ਆ ਨਾ ਕਿ ਸਾਡਾ ਕੋਈ ਵੀ ਨਹੀਂ, ਅਸੀਂ ਅਨਾਥ ਹੋ ਗਏ ਆ। ਤੂੰ ਜੇਠੇ ਨੂੰ ਅਨਾਥ ਆਖਦੀ, ਇਹਨੇ ਉਹਨਾਂ ਦਾ ਆਸਰਾ ਬਣਨਾ ਹੈ, ਜਿਹੜੇ ਕਿਤਿਓਂ ਜਿਨ੍ਹਾਂ ਨੂੰ ਭੋਜਨ ਪ੍ਰਾਪਤ ਨਹੀਂ ਹੁੰਦਾ, ਜਿਹੜੇ ਰੋਜ਼ ਭੁੱਖਿਆਂ ਸੌਂ ਜਾਂਦੇ ਆ। ਕਹਿੰਦੇ ਸਮਾਂ ਆਏਗਾ ਕਿ ਇਹਨੇ ਉਹਨਾਂ ਦਾ ਆਸਰਾ ਬਣਨਾ, ਇਹਦੇ ਦਰ ਦੇ ਉੱਤੇ ਲੋਕਾਂ, ਲੱਖਾਂ ਲੋਕਾਂ ਨੇ ਭੋਜਨ ਛਕਣਾ ਹੈ। ਇਹਦਾ ਘਰ ਕੋਈ ਨਹੀਂ ਨਾ ਆਖਦੀ ਹੈ, ਇਹਦਾ ਘਰ ਐਸਾ ਹੋਏਗਾ ਕਿ ਸੰਸਾਰ ਦੇ ਵਿੱਚ ਕੋਈ ਐਸਾ ਘਰ ਹੀ ਨਹੀਂ ਹੋਣਾ ਜਿਹੋ ਜਿਹਾ ਜੇਠੇ ਦਾ ਘਰ ਹੋਵੇਗਾ। ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਬਚਨ ਨੇ, ਡਿੱਠੇ ਸਭੇ ਥਾਮ ਨਹੀਂ ਤੁਧ ਜੇਹਿਆ, ਬੰਨੋ ਪੁਰਖ ਬਿਦਾਤੇ ਤਾਂ ਤੂੰ ਸੋਹਿਆ। ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ ਹਰ ਹਾਂ, ਨਾਨਕ ਕਸਮਲ ਜਾਏ ਨਹਾਏ ਰਾਮਦਾਸ ਸਰ। ਕਹਿੰਦੇ ਬੜੇ ਥਾਂ ਵੇਖੇ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ, ਪਰ ਕਹਿੰਦੇ ਗੁਰੂ ਰਾਮਦਾਸ ਮਹਾਰਾਜ ਜੀ ਦਾ ਘਰ ਵਰਗਾ ਸੰਸਾਰ ਦੇ ਵਿੱਚ ਕੋਈ ਐਸਾ ਘਰ ਨਹੀਂ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਲਾ ਦਿੱਤਾ। ਮਾਂ ਨੇ ਵੀ ਸਰੀਰ ਤਿਆਗ ਦਿੱਤਾ, ਨਾਨੀ ਵੀ ਚਲੇ ਗਈ ਛੱਡ ਕੇ। ਹੁਣ ਮਨ ਦੇ ਵਿੱਚ ਵਿਰਾਗ ਜਿਹਾ ਪੈਦਾ ਹੋ ਗਿਆ ਕਿ ਜਦੋਂ ਮੇਰਾ ਸੰਸਾਰੀ ਹੈ ਕੋਈ ਨਹੀਂ ਤਾਂ ਮੈਂ ਕੰਮ ਕਿਹਦੇ ਵਾਸਤੇ ਕਰਦਾ ਪਿਆ। ਸਮਰਪਣ ਹੋ ਗਏ, ਪੂਰੀ ਤਰ੍ਹਾਂ ਦੇ ਨਾਲ ਗੁਰੂ ਘਰ ਨੂੰ ਸਮਰਪਣ ਹੋ ਗਏ, ਹਰ ਵੇਲੇ ਸੇਵਾ ਦੇ ਵਿੱਚ ਹੀ ਲੱਗੇ ਰਹਿਣਾ। ਇੱਕ ਦਿਨ ਟੋਕਰੀ ਚੁੱਕ ਕੇ ਢੋਂਦੇ ਪਏ ਆ ਤੇ ਮਾਤਾ ਮਨਸਾ ਦੇਵੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਮਹਿਲ ਸੀ ਤੇ ਸਪੁੱਤਰੀ ਬੀਬੀ ਭਾਨੀ ਕਹਿੰਦੇ ਜਵਾਨ ਹੋ ਗਈ। ਹਾਲਾਂਕਿ ਉਮਰ ਦੋਨਾਂ ਦੀ ਇੱਕੋ ਜਿਹੀ ਹੈ, ਗੁਰੂ ਰਾਮਦਾਸ ਮਹਾਰਾਜ ਤੇ ਬੀਬੀ ਭਾਨੀ ਜੀ ਦਾ 19, ਦੋਨਾਂ ਦੀ ਬਰਥ ਇੱਕੋ ਦੀ ਹੈ, 1535 ਦੀ। ਜਦੋਂ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਆਉਂਦੇ ਨੇ ਨਾ ਤੇ ਮਾਤਾ ਜੀ ਨੇ ਬੇਨਤੀ ਕੀਤੀ, ਕਹਿਣ ਲੱਗੇ ਸਤਿਗੁਰੂ ਮਹਾਰਾਜ, ਭਾਨੀ ਜਵਾਨ ਹੋਈ ਹੈ, ਕੋਈ ਰਿਸ਼ਤਾ, ਕੋਈ ਲੜਕਾ ਦੇਖੀਏ। ਤੇ ਸਤਿਗੁਰੂ ਮਹਾਰਾਜ ਨੇ ਸੁਭਾਵ ਕੀ ਕਿਹਾ, ਕਹਿੰਦੇ ਮੁੰਡਾ ਕਿਸ ਤਰ੍ਹਾਂ ਦਾ ਚਾਹੀਦਾ ਹੈ, ਵਰ ਕਿਵੇਂ ਦਾ ਹੋਵੇ? ਤੇ ਕਹਿੰਦੇ ਭਾਈ ਜੇਠਾ ਗੁਰੂ ਰਾਮਦਾਸ ਨਾ ਸੋਹਣੇ ਬੜੇ ਸੀ, ਦਾੜਾ ਬੜਾ ਲੰਮਾ, ਬੜਾ ਸੋਹਣਾ ਕੱਦ ਕਾਠ ਤੇ ਨਿਮਰਤਾ ਦੇ ਪੁੰਜ। ਤੇ ਮਾਤਾ ਮਨਸਾ ਦੇਵੀ ਨੇ ਕਿਹਾ ਸੀ, ਕਹਿੰਦੇ ਉਹ ਜੇਠੇ ਵਰਗਾ ਹੋਣਾ ਚਾਹੀਦਾ ਹੈ।
ਗੁਰੂ ਅਮਰਦਾਸ ਮਹਾਰਾਜ ਕਹਿੰਦੇ ਫਿਰ ਲੱਭ ਗਿਆ। ਕਹਿੰਦੇ ਕਿਹੜਾ? ਕਹਿੰਦੇ ਜੇਠਾ। ਕਹਿੰਦੇ ਨਹੀਂ, ਮੈਂ ਜੇਠੇ ਵਰਗਾ ਕਿਹਾ, ਜੇਠਾ ਨਹੀਂ ਕਿਹਾ। ਸਤਿਗੁਰੂ ਮਹਾਰਾਜ ਗੁਰੂ ਅਮਰਦਾਸ ਨੇ ਕਿਹਾ ਸੀ ਜੇਠੇ ਵਰਗਾ ਕੇਵਲ ਹੀ ਜੇਠਾ, ਹੋਰ ਕੋਈ ਹੋ ਹੀ ਨਹੀਂ ਸਕਦਾ। ਕਹਿੰਦੇ ਇਹਦੇ ਤੇ ਤਨ ਤੇ ਕੱਪੜੇ ਵੀ ਉਹੀ 2 ਸੂਟ ਰੱਖੇ ਹੋਏ ਨੇ, ਉਹਨਾਂ ਨੂੰ ਵੀ ਗੰਢ ਲਾਏ ਹੋਏ ਨੇ, ਤੇ ਉਹੀ ਬਾਰ-ਬਾਰ ਪਾ ਲੈਂਦਾ, ਇੱਕ ਧੋਂਦਾ ਇੱਕ ਪਾ ਲੈਂਦਾ। ਸਤਿਗੁਰੂ ਮਹਾਰਾਜ ਕਹਿੰਦੇ ਨੇ ਜੀਵਨ ਦੇਖੋ ਹੁੰਦਾ, ਬਾਹਰਲੇ ਕੱਪੜੇ ਨਹੀਂ ਦੇਖਣੇ। ਗੁਰੂ ਸਾਹਿਬ ਦਾ ਹੁਕਮ ਮੰਨ ਕੇ ਬੀਬੀ ਭਾਨੀ ਜੀ ਦਾ ਆਨੰਦ ਕਾਰਜ ਕੀਤਾ ਗਿਆ। ਅੱਗੇ ਤਾਂ ਭਾਈ ਜੇਠਾ ਜੀ ਦਿਸਦੇ ਹੁੰਦੇ ਸੀ, ਕਿਤੇ ਮਿਲ ਪੈਣਾ ਬਾਹਰ ਸੇਵਾ ਕਰਦਿਆਂ ਗੁਰੂ ਅਮਰਦਾਸ। ਇੱਕ ਦਿਨ ਸਤਿਗੁਰੂ ਮਹਾਰਾਜ ਜੀ ਨੇ ਹੁਕਮ ਕੀਤਾ, ਭਾਈ ਹੰਦਾਲ ਨੂੰ ਕਹਿਣ ਲੱਗੇ ਕਿ ਜੇਠਾ ਕਿਤੇ ਦਿਖਾਈ ਨਹੀਂ ਦਿੰਦਾ, ਕਿੱਥੇ ਰਹਿੰਦਾ? ਉਹ ਤੇ ਜਦੋਂ ਦਾ ਦਮਾਦ ਬਣਿਆ ਸਾਡਾ, ਤੇ ਉਦੋਂ ਦਾ ਤੇ ਦਿਸਣੋਂ ਵੀ ਹਟ ਗਿਆ। ਸਿੱਖ ਨੇ ਅੱਗੋਂ ਬੇਨਤੀ ਕੀਤੀ, ਮਹਾਰਾਜ ਅੱਗੇ ਤਾਂ ਉਹ ਕੜੀ ਸੇਵਾ ਕਰਕੇ ਆਰਾਮ ਕਰ ਲੈਂਦਾ ਸੀ, ਹੁਣ ਦਿਨੇ ਰਾਤ ਦੋਨੋਂ ਹੀ ਜੀ ਲੱਗੇ ਹੁੰਦੇ ਨੇ, ਲੰਗਰ ਦੀ ਤਿਆਰੀ ਕਰਨੀ, ਲੰਗਰ ਬਣਾਉਣਾ, ਸੇਵਾ ਕਰਨੀ, ਹਰ ਕਾਰਜ ਹੀ ਉਹ ਆਪ ਕਰਦੇ ਨੇ। ਸੰਗਤਾਂ ਦੀ ਸੇਵਾ 'ਚ ਰਾਤ ਵੀ ਨਹੀਂ ਸੌਂਦੇ। ਇੱਕ ਦਿਨ ਸਤਿਗੁਰੂ ਮਹਾਰਾਜ ਜੀ ਨੇ ਨਾ ਜਦੋਂ ਹੁਕਮ ਕੀਤਾ, ਕਹਿੰਦੇ ਜੀ ਥੜਾ ਚਾਹੀਦਾ ਜਿੱਥੇ ਗੁਰੂ ਬੈਠ ਸਕੇ। ਅਸਲ 'ਚ ਬਾਹਰੀ ਥੜੇ ਨਹੀਂ ਸੀ। ਗੁਰੂ ਅੱਜ ਵੀ ਕਹਿੰਦਾ ਹੈ ਕਿ ਉਹ ਥੜਾ ਬਣਾ ਲਾ, ਉਹ ਜਗ੍ਹਾ ਬਣਾ ਲਾ, ਮੈਂ ਬੈਠਣ ਨੂੰ ਅੱਜ ਵੀ ਤਿਆਰ ਹਾਂ। ਸਿਰਫ ਸਾਡੀ ਇਹ ਘਾਲਣਾ ਹੋ ਜਾਂਦੀ ਹੈ, ਅਸੀਂ ਘਾਲੋਂ ਕਰ ਜਾਂਦੇ ਹਾਂ, ਅਸੀਂ ਆਲਸ ਕਰ ਜਾਂਦੇ ਹਾਂ। ਅਸੀਂ ਕਈ ਵਾਰੀ ਇੱਦਾਂ ਸੀ ਨਾ, ਹੁਣ ਇੱਕ ਪਾਸੇ ਤੇ ਭਾਈ ਰਾਮਾ ਜੀ ਥੜਾ ਬਣਾਉਣ ਲੱਗ ਪਏ, ਤੇ ਇੱਕ ਪਾਸੇ ਭਾਈ ਜੇਠਾ ਜੀ ਬਣਾਉਂਦੇ ਆ। 7 ਦਿਨ ਥੜੇ ਬਣਾਏ ਆ ਜੀ। ਤੇ ਜਦੋਂ ਗੁਰੂ ਸਾਹਿਬ ਨੇ ਸ਼ਾਮੀ ਉਹਨਾਂ ਨਾਲ ਕਹਿਣਾ ਢਾ ਦਿਓ, ਮੇਰੇ ਕੰਮ ਦਾ ਨਹੀਂ ਬਣਿਆ। ਤੇ 7ਵੇਂ ਦਿਨ ਭਾਈ ਰਾਮੇ ਨੇ ਕਹਿ ਦਿੱਤਾ ਸੀ ਤੁਹਾਡੇ ਵਰਗਾ ਬਾਨਾ ਵੀ ਨਹੀਂ ਜਿਹੜਾ ਤੁਸੀਂ ਕਹਿੰਦੇ ਹੋ। ਕਹਿੰਦੇ ਤੁਸੀਂ ਸਵੇਰੇ ਜਿੱਦਾਂ ਦਾ ਕਹਿੰਦੇ ਹੋ ਮੈਂ ਉਵੇਂ ਦਾ ਹੀ ਬਣਾਉਣਾ ਹੈ, ਤੇ ਤੁਸੀਂ ਸ਼ਾਮਾਂ ਨੂੰ ਆ ਕੇ ਕਹਿ ਦਿੰਦੇ ਹੋ ਨਹੀਂ ਥੜਾ ਠੀਕ ਨਹੀਂ ਬਣਿਆ, ਢਾ ਦਿਓ। ਤੁਸੀਂ ਭੁੱਲ ਜਾਂਦੇ ਹੋ, ਤੁਸੀਂ ਭੁਲੱਕੜ ਹੋ ਗਏ, ਉਮਰ ਜ਼ਿਆਦੀ ਹੋ ਗਈ। ਭਾਈ ਜੇਠੇ ਦੇ ਕੋਲ ਗਏ ਤੇ ਹੱਥ ਦੇ ਵਿੱਚ ਜਿਹੜੀ ਸੋਟੀ ਖੁੰਡੀ ਹੁੰਦੀ ਸੀ ਉਹ ਮਾਰ ਕੇ ਕਿਹਾ, ਜੇਠਿਆ ਤੈਨੂੰ ਪਤਾ ਨਹੀਂ ਲੱਗਦਾ ਥੜਾ ਕਿਵੇਂ ਬਣਾਉਣਾ? ਹੱਥ ਜੋੜ ਕੇ ਖੜੇ ਹੋ ਗਏ। ਕਹਿੰਦੇ ਮਹਾਰਾਜ ਜਿਵੇਂ ਦਾ ਤੁਸੀਂ ਕਹਿੰਦੇ ਹੋ ਬਾਨਾ ਮੇਰੇ ਤੋਂ ਨਹੀਂ। ਹੁਣ ਕਹਿਣ 'ਚ ਫਰਕ ਸੀ। ਕਹਿੰਦੇ ਸਤਿਗੁਰੂ ਮਹਾਰਾਜ ਤੁਸੀਂ ਰੋਜ਼ ਸਮਝਾਉਂਦੇ ਹੋ, ਤੁਸੀਂ ਰੋਜ਼ ਕਿਰਪਾ ਕਰਕੇ ਦੱਸਦੇ ਹੋ ਜੇਠਿਆ ਇਵੇਂ ਨਹੀਂ ਇਵੇਂ ਦਾ ਬਣਾਉਣਾ ਹੈ। ਤੇ ਮਹਾਰਾਜ ਮੈਂ ਕਿੰਨਾ ਭੁਲੱਕੜ ਹੋ ਗਿਆ, ਮੈਂ ਰੋਜ਼ ਹੀ ਭੁੱਲ ਜਾਂਦਾ, ਤੁਹਾਡੇ ਹੁਕਮ ਤੇ ਨਹੀਂ ਚੱਲ ਪਾਉਂਦਾ। ਇੱਕ ਕਹਿੰਦਾ ਕਿ ਤੁਸੀਂ ਭੁਲੱਕੜ ਹੋ ਗਏ, ਤੁਸੀਂ ਭੁੱਲ ਜਾਂਦੇ ਹੋ, ਪਰ ਭਾਈ ਜੇਠਾ ਕਹਿੰਦਾ ਨਹੀਂ ਸਤਿਗੁਰੂ ਮੈਂ ਭੁੱਲ ਜਾਂਦਾ ਹੈ, ਮਹਾਰਾਜ ਤੁਸੀਂ ਖਿਮਾ ਕਰੋ, ਤੁਸੀਂ ਕਿਰਪਾ ਕਰੋ, ਜਿਵੇਂ ਦਾ ਬਣਾਉਣਾ ਹੈ ਆਪ ਕਿਰਪਾ ਕਰਕੇ ਬਣਾ ਦੇਵੋ। ਜਿੱਦਣ ਅਸੀਂ ਅੱਕ ਜਾਂਦੇ ਹਾਂ ਨਾ, ਜਿੱਦਣ ਅਸੀਂ ਬਾਣੀ ਪੜ੍ਹਦੇ ਹਾਂ ਇਹ ਕਹਿਣ ਲੱਗ ਪੈਂਦੇ ਨਹੀਂ ਬਹੁਤੀ ਪੜ੍ਹ ਲਈ, ਗੁਰੂ ਤਾਂ ਮਿਲਿਆ ਨਹੀਂ, ਕੁਝ ਅੰਦਰ ਖੇਡ ਤਾਂ ਬਣਦੀ ਕੋਈ ਨਹੀਂ। ਫਿਰ ਅਸੀਂ ਬਾਬੇ ਰਾਮਾ ਜੀ ਵਰਗੇ ਹੋ ਜਾਂਦੇ ਹਾਂ ਕਿ ਅਸੀਂ ਅੱਕ ਕੇ ਕਹਿ ਦਿੰਦੇ ਨਹੀਂ ਕਿੱਥੇ ਗੁਰੂ, ਕੌਣ ਸੁਣਦਾ, ਐਵੇਂ ਗੱਲਾਂ। ਭਰੋਸਾ ਗੁਰੂ ਤੇ ਭਾਈ ਜੇਠੇ ਵਰਗਾ ਚਾਹੀਦਾ, ਮਹਾਰਾਜ ਤੁਸੀਂ ਕਿਰਪਾ ਕਰੋ ਤਾਂ ਹੀ ਇਹ ਕਾਰਜ ਹੋ ਸਕਦਾ। ਉਦੋਂ ਸਤਿਗੁਰੂ ਮਹਾਰਾਜ ਨੇ ਕਿਹਾ ਸੀ ਜੇਠੇ ਅਸੀਂ ਥੜਾ ਜਿਹੜਾ ਬਣਾਉਂਦੇ ਸੀ, ਚਾਹੁੰਦੇ ਸੀ ਨਾ ਜਿਹੜਾ ਬਣ ਜਾਵੇ, ਉਹ ਅੱਜ ਬਣ ਗਿਆ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨਾ ਅੰਤਮ ਸਮਾਂ ਹੈ, ਤੇ ਉਹ ਅੰਤਮ ਸਮੇਂ ਦਾ ਜਿਹੜਾ ਸ਼ਬਦ ਹੈ ਨਾ ਮਹਾਰਾਜ ਨੇ ਬਾਣੀ ਲਿਖੀ ਹੈ। ਬਾਬਾ ਸੁੰਦਰ ਜੀ ਉਹ ਬਾਣੀ ਦੇ ਕਰਤਾ ਨੇ, ਰਾਮ ਕਲੀ ਸਾਧ, ਉਹਦੇ ਵਿੱਚ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਆਪਣਾ ਅੰਤਮ ਸਮਾਂ ਲਿਖਿਆ ਗੁਰੂ ਅਮਰਦਾਸ ਜੀ ਦਾ, ਕਿ ਅੰਤੇ ਸਤਿਗੁਰ ਬੋਲਿਆ ਮੈਂ ਪਿੱਛੇ ਕੀਰਤਨ ਕਰੇ ਹੋ ਨਿਰਵਾਨ ਜੀਓ, ਕੇਸੋ ਗੋਪਾਲ ਪੰਡਤ ਸਦਿਓ ਹਰ ਹਰ ਕਥਾ ਪੜ੍ਹੇ ਪੁਰਾਨ ਜੀਓ। ਉੱਥੇ ਫਿਰ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਨਾ ਗੁਰੂ ਰਾਮਦਾਸ ਮਹਾਰਾਜ ਨੂੰ ਗੁਰਤਾ ਗੱਦੀ ਦੇਣ ਦਾ ਹਵਾਲਾ ਵੀ ਲਿਖਿਆ ਹੈ, ਕਿ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਆਪਣੀ ਹਯਾਤੀ ਦੇ ਅੰਦਰ ਗੁਰੂ ਰਾਮਦਾਸ ਮਹਾਰਾਜ ਨੂੰ ਤਖਤ 'ਤੇ ਬਿਠਾਇਆ, ਇਸ਼ਨਾਨ ਕਰਵਾ ਕੇ ਲਿਆਂਦਾ ਬੌਲੀ ਸਾਹਿਬ ਦੇ ਵਿੱਚੋਂ, ਨਵੇਂ ਵਸਤਰ ਪਵਾਏ ਗਏ। ਬਾਬਾ ਬੁੱਢਾ ਸਾਹਿਬ ਜੀ ਲੈ ਕੇ ਆਉਂਦੇ ਨੇ, ਤੇ ਜਦੋਂ ਲੈ ਕੇ ਆਏ ਨਾ ਪੁੱਛਦੇ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਗੁਰੂ ਰਾਮਦਾਸ, ਕਹਿੰਦੇ ਅੱਜ ਇਸ਼ਨਾਨ ਕਿਉਂ, ਨਵੇਂ ਕੱਪੜੇ ਕਿਉਂ? ਕਹਿੰਦੇ ਜੀ ਮੈਂ ਤਾਂ ਗੁਰੂ ਨਾਨਕ ਦੇ ਘਰ ਦਾ ਨੌਕਰ ਹਾਂ, ਜਿਵੇਂ ਗੁਰੂ ਹੁਕਮ ਕਰ ਦਿੰਦਾ ਮੈਂ ਉਵੇਂ ਹੀ ਕਰਨਾ, ਮੈਂ ਕਦੀ ਨਹੀਂ ਪੁੱਛਿਆ ਕਿ ਆਹ ਕਿਉਂ ਜੀ। ਕਹਿੰਦੇ ਜਦੋਂ ਲੈ ਕੇ ਆਏ ਨਾ ਗੁਰੂ ਅਮਰਦਾਸ ਮਹਾਰਾਜ ਜਿਸ ਤਖਤ ਦੇ ਉੱਤੇ ਬੈਠਦੇ ਸੀ, ਗੁਰਤਾ ਦਾ ਤਖਤ, ਮੰਜੇ 'ਤੇ ਬੈਠਣਾ, ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਉੱਠ ਖਲੋਤੇ, ਤੇ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਨਾ
ਗੁਰੂ ਰਾਮਦਾਸ ਮਹਾਰਾਜ ਨੂੰ ਉੱਥੇ ਬਿਠਾਉਣ ਲੱਗੇ ਆ। गुरु रामदास महाराज ने कहा, सतगुरु महाराज इन्ना थोड़ा कि हम रुलते फिरते कोई बात ना पूछता, गुरु सतगुरु संग कीड़े हम थापे। मैं तो रुलदा पिया सी, कीड़ियां वर्गा जीवन सी मेरा। तो महाराज तुसी इन्नी कृपा थोड़ी है कि तुसी मैनू अपना बना लिया, तुसी मैनू अपना सिख बना लिया है। सतगुरु महाराज गुरता क्यों? सतगुरु महाराज कहते ने, तख्त बहे तख्ते की लायक। ये तेरी सेवा प्रवान हुई गुरु नानक के घर दे विच। सतगुरु महाराज जदों जिन्नी देर भी गुरु रामदास महाराज फिर गुरता गद्दी ते बैठे रहे ना, सतगुरु महाराज जी दी अखां हर वेले सेजल रहिंदियां सी, हर वेले अखां दे विच जल रहना इन्ना प्यार दे नाल। और जिस दिन माता मनसा देवी ने कहा सी ना कि जेठे दे नाल आनंद कारज, कहते ने हुण दुनिया दे विच सिख दा आनंद कारज ही उदों संपूर्ण हुंदा है जदों गुरु रामदास की बाणी पढ़ी जाती है। आनंद कारज भी नहीं गुरु रामदास की बाणी तो बगैर हुंदा। कहते ये पढ़िया लिखिया नहीं। गुरु ग्रंथ साहिब महाराज विच 30 रागां दे विच गुरु साहिब ने बाणी उचारण की। 30 रागां दे अंदर सतगुरु महाराज पातशाह ने अनेकां ऐसे कारज कराए। हरमंदर साहिब दी जिहड़ा इलाका सी वो वसाउणा किया। ਅੰਮ੍ਰਿਤਸਰ ਵਸਾਇਆ, ਚੱਕ ਰਾਮਦਾਸਪੁਰ, फिर उन्होंने अमरदासपुर, फिर अमृतसर। इस तरह करके अमृतसर के कई नाम रहे। सतगुरु महाराज गुरु अमरदास ने अपने हथी निशानदेही की सी कि इस स्थान के उपर एक केंद्री स्थान बनाना है। डॉक्टर मैकालफ लिखते ने, मुहम्मद लतीफ भी ये गल की गवाही देंदे ने कि जिस स्थान ते हर की पौड़ी है ना, उस स्थान ते गुरु नानक देव महाराज पातशाह जी ने बैठ के पहली बारी जो उदासियां आरंभ कीतियां ने, सुल्तानपुर तो चले ने, गोइंदवाल के रस्ते ते हुंदियां होइयां सतगुरु महाराज जो अमृतसर के इस इलाके दे विच पहुंचे तो इत्थे बैठ के गुरु नानक देव महाराज ने हरि दा वाहिगुरु दा कीर्तन किया है। एक मिक होए, कहते हरि आप आके उत्थे बैठा सी, तां करके कहते हर की पौड़ी है। तो सतगुरु महाराज जी ने तुरन लग्या ये गल आखी सी, भाई मरदानिया कहते इस जगह ते देखी एक दिन ओहो जे भोग चलणगे, रौनकां होणगियां, गुरु की कृपा वरतेगी कि इत्थे जेड़ा भी चल के आएगा उनकी मन की भावना पूर्ण हो जाया करेगी। गुरु अंगद देव महाराज गुरु नानक देव महाराज जी के नाल उत्थे मिलते रहे, बैठे। गुरु अंगद देव ते गुरु अमरदास महाराज भी उस जगह के उपर आउंदे रहे। इस करके सतगुरु महाराज जी ने कहा कि इस स्थान के उपर एक केंद्रीय स्थान बनाना। सरोवर की खुदवाई जिहड़ी सी ना, हरमंदर साहिब दे सरोवर, वो गुरु रामदास महाराज ने करवाई सी। पकियाई बाद विच गुरु अर्जन देव महाराज ने करवाई। तो हरमंदर साहिब की जिहड़ी इमारत सी वो भी गुरु अर्जन देव महाराज जी ने बनाना की है। जिस दिन सतगुरु महाराज जी ने अपना अंतिम समा जानिया, जिहड़ा कल दिवस लंघ के गया, सतगुरु महाराज जी के 3 सपुत्र ने, वड्डे बाबा पिरथी चंद ने, उस तो बाद विच बाबा महादेव जी ने, उस तो सारियां तो छोटे ने गुरु अर्जन देव महाराज पातशाह। सतगुरु महाराज ना गुरु नानक का घर एक ऐसा घर है कि गुरु साहिब ने जे ज्योति जोत समाउंदे आ ना, पहले जामे तो लैके 10वें जामे तक, तो जिउंदियां ही अगला वारस थाप के गए ने कि जोत किंदे विच टिक गई है। गुरु नानक देव महाराज अपने जिउंदियां अपने शरीर दे विच हुंदियां गुरु अंगद देव महाराज नूं गुरता गद्दी बख्शिश कीती सी ते कई दिन शरीर करके रहे। फिर पर संगत नूं फिर कह दिता सी, अज तो बाद मत्था टेकना, उपदेश लैना, संगत करनी गुरु अंगद देव महाराज जी की करनी है। अज तो बाद सानू किसी ने मत्था नहीं टेकना। सगों गुरु नानक देव महाराज गुरु अंगद देव महाराज फिर तख्त ते बैठना, तो आप संगत दे विच कुछ दिन बैठे नाल। सतगुरु महाराज पातशाह ना गुरु अंगद देव जिदन तख्त ते बैठे, गुरु नानक देव ज्योति जोत समाए। सिद्धा जोगियां नूं भी पता लग गया सी कि गुरु नानक देव महाराज ज्योति जोत समा गया। तो वो कहते गुरु नानक वर्गा गुरु नानक ही हो सकता, और कोई नहीं हो सकता। वारस बहुत मिल जाते हैं पर गुरु नानक नहीं हो सकते। वो आए फिर प्रीख्या लैन वास्ते आ गए कि अज असीं जाके वेखते हैं कि गुरु नानक की गद्दी ते किनू बिठा दिता है गुरु नानक ने। जो आए ना सिख बाहर सी, पूछया जी कौन ने गुरता गद्दी ते बैठे, कहते गुरु अंगद देव महाराज। कित्थे ने? कहते अंदर ने।
ਕਹਿੰਦੇ ਅਸੀਂ ਮਿਲਣਾ ਹੈ। ਸਿੱਧ ਅੰਦਰ ਗਏ ਤੇ ਜਦੋਂ ਵਾਪਸ ਆਏ ਨਾ, ਤੇ ਵਾਪਸ ਆ ਕੇ ਉਹਨਾਂ ਨੇ ਸੋਚਿਆ ਸੀ ਪਹਿਲੋਂ ਕਿ ਅਸੀਂ ਹੁਣ ਇਹਨੂੰ ਹਰਾ ਦਾਂਗੇ, ਚਰਚਾ ਕਰਾਂਗੇ, ਸਾਡੇ ਅੱਗੇ ਝੁਕ ਜਾਏਗਾ। ਜਦੋਂ ਵਾਪਸ ਆਏ ਤੇ ਸਿੱਖਾਂ ਨੇ ਪੁੱਛਿਆ ਮਿਲਾ ਇਹ ਸਤਿਗੁਰੂ ਨੂੰ, ਕਹਿਣ ਲੱਗੇ ਬਸ ਉਹ ਸਰੀਰ ਹੀ ਬਦਲਿਆ, ਬਾਕੀ ਸਾਰਾ ਕੁਝ ਹੀ ਉਹੀ ਆ। ਸਰੀਰ ਹੀ ਬਦਲਿਆ, ਕੇਵਲ ਨਾਨਕ ਤੋਂ ਅੰਗਦ ਹੋਏ ਨੇ, ਪਰ ਕਹਿੰਦੇ ਨੇ ਜੋ ਤੋਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟੀਏ। ਬਾਬਾ ਸੱਤਾ ਬਲਵੰਡ ਜੀ ਵਾਰ 'ਚ ਕਹਿੰਦੇ ਨੇ। ਗੁਰੂ ਸਾਹਿਬ ਜੋਤੀ ਜੋਤ ਸਮਾਉਣ ਤੋਂ ਪਹਿਲੋਂ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨਾ, ਸਤਿਗੁਰੂ ਮਹਾਰਾਜ ਜੀ ਨੇ ਗੁਰਤਾ ਗੱਦੀ ਬਖਸ਼ਿਸ਼ ਕੀਤੀ ਗੁਰੂ ਅਰਜਨ ਦੇਵ ਮਹਾਰਾਜ ਨੂੰ। ਬਾਬਾ ਬੁੱਢਾ ਸਾਹਿਬ ਤਿਲਕ ਦਿੰਦੇ ਆ, ਪਰ ਗੁਰੂ ਨਾਨਕ ਦੇ ਘਰ ਦੀ ਮਰਿਆਦਾ ਸੀ, ਪਹਿਲੋਂ ਗੁਰੂ ਨਾਨਕ ਜਿਵੇਂ ਮੱਥਾ ਟੇਕਿਆ ਨਾ, ਉਸ ਤੋਂ ਬਾਅਦ 'ਚ ਬਾਬਾ ਬੁੱਢਾ ਸਾਹਿਬ ਜੀ ਨੇ ਟੇਕਿਆ। ਜੇ ਗੁਰੂ ਅੰਗਦ ਦੇਵ ਮਹਾਰਾਜ ਨੇ ਗੁਰਤਾ ਗੱਦੀ ਗੁਰੂ ਅਮਰਦਾਸ ਜੀ ਨੂੰ ਦਿੱਤੀ, ਪਹਿਲੋਂ ਆਪ ਸਤਿਗੁਰੂ ਮੱਥਾ ਟੇਕਦੇ ਸੀ, ਬਾਅਦ 'ਚ ਬਾਬਾ ਬੁੱਢਾ ਸਾਹਿਬ ਟੇਕ ਦਿੰਦੇ ਸੀ। ਤੇ ਜਿਹਨੂੰ ਬਾਬਾ ਬੁੱਢਾ ਸਾਹਿਬ ਮੱਥਾ ਟੇਕ ਦਿੰਦੇ ਸੀ ਨਾ, ਸਿੱਖਾਂ ਨੂੰ ਪੂਰਾ ਯਕੀਨ ਹੋ ਜਾਂਦਾ ਸੀ, ਲਓ ਜੀ ਹੁਣ ਮੋਹਰ ਵੀ ਪਿੱਛੇ ਲੱਗ ਗਈ ਕਿ ਗੁਰੂ ਦੀ ਜੋਤ ਇੱਥੇ ਟਿਕ ਗਈ ਆ। ਪੱਗ ਖੋਲੀ ਜੀ ਪ੍ਰਿਥੀ ਚੰਦ ਨੇ, ਕਹਿੰਦਾ ਮੇਰਾ ਹੱਕ ਬਣਦਾ ਇੱਥੇ, ਮੇਰਾ ਹੱਕ ਬਣਦਾ, ਮੈਂ ਵਾਰਸ ਹਾਂ, ਮੈਂ ਵੱਡਾ ਹਾਂ ਘਰ ਦੇ ਵਿੱਚੋਂ। ਸਤਿਗੁਰੂ ਮਹਾਰਾਜ ਕਹਿੰਦੇ ਇੱਥੇ ਵੱਡਿਆਂ ਛੋਟਿਆਂ ਦੀ ਗੱਲ ਨਹੀਂ, ਇੱਥੇ ਤਾਂ ਗੁਰੂ ਕੇ ਘਰ ਦੇ ਵਿੱਚ ਜਿਹੜਾ ਪ੍ਰਵਾਨ ਹੁੰਦਾ ਹੈ ਉਹਨੂੰ ਦਾਤ ਮਿਲਦੀ ਹੈ। ਇੱਥੇ ਤਾਂ ਹੰਕਾਰੀ ਨੂੰ ਜਗ੍ਹਾ ਹੀ ਨਹੀਂ ਮਿਲਦੀ। ਜਿਹੜਾ ਸਤਿਗੁਰੂ ਮਹਾਰਾਜ ਕਹਿੰਦੇ ਹਰ ਜੀਓ ਹੰਕਾਰ ਨਾ ਭਾਵੇ, ਵੇਦ ਕੂਕ ਸੁਣਾਵੇ। ਕਹਿੰਦੇ ਰੱਬ ਨੂੰ ਹੰਕਾਰ ਚੰਗਾ ਨਹੀਂ ਲੱਗਦਾ, ਉਹਨੂੰ ਤੇ ਪਿਆਰ ਚੰਗਾ ਲੱਗਦਾ ਹੈ। ਸਤਿਗੁਰੂ ਮਹਾਰਾਜ ਜੀ ਨੇ ਜਦੋਂ ਪੱਗ ਖੋ ਕੇ ਲੈ ਕੇ ਗਏ ਤੇ ਗੁਰੂ ਸਾਹਿਬ ਦੇ ਉੱਥੇ ਬਚਨ ਵੀ ਹੈ, ਕਾਹੇ ਪੂਤ ਝਗਰਤ ਹੋ ਸੰਗ ਬਾਪ, ਜਿਨ ਕੇ ਜਨੇ ਬਡੀਰੇ ਤੁਮ ਹੋ ਤਿਨ ਸਿਉ ਝਗਰਤ ਪਾਪ। ਕਿ ਜਿਹਨੇ ਪੈਦਾ ਕੀਤਾ ਤੂੰ ਉਹਦੇ ਨਾਲ ਝਗੜਾ ਕਰਦਾ ਪਿਆ ਹੈ, ਇਸ ਤੋਂ ਵੱਡਾ ਪਾਪ ਹੋਰ ਕੋਈ ਨਹੀਂ ਹੋ ਸਕਦਾ। ਜੇ ਮਾਤਾ ਪਿਤਾ ਨਾਲ ਦੇਖੋ, ਅੱਜ ਅਸੀਂ ਨਾ ਤੇ ਬਾਣੀ ਪੜ੍ਹਦੇ ਹਾਂ ਤੇ ਨਾ ਵਿਚਾਰ ਕੇ ਬੱਚਿਆਂ ਨੂੰ ਪੜ੍ਹਾਉਣ ਦੀ ਕੋਸ਼ਿਸ਼ ਕਰਦੇ ਹਾਂ। ਜੇ ਅੱਜ ਅਸੀਂ ਇਸ ਗੱਲ ਨੂੰ ਸਮਝਦੇ ਹੋਈਏ ਨਾ ਕਿ ਬਾਣੀ ਨੂੰ ਪੜ੍ਹਨਾ ਹੈ, ਵਿਚਾਰਨਾ ਹੈ ਤੇ ਬੱਚਿਆਂ ਨੂੰ ਵੀ ਪੜ੍ਹਾਉਣੀ ਹੈ, ਫਿਰ ਅਸੀਂ ਦੱਸ ਸਕਦੇ ਸੀ ਨਾ ਕਿ ਗੁਰੂ ਰਾਮਦਾਸ ਮਹਾਰਾਜ ਨੇ ਕਿਹਾ ਕਿ ਮਾਂ ਪਿਓ ਨਾਲ ਝਗੜਾ ਕਰਨ ਵਾਲਾ ਜਿਹੜਾ ਨਾ ਸਭ ਤੋਂ ਵੱਡਾ ਪਾਪੀ ਉਹ ਹੋ ਜਾਂਦਾ ਹੈ। ਪਰ ਅਸੀਂ ਨਾ ਪੜ੍ਹੀ ਤੇ ਨਾ ਅੱਗੇ ਪੜ੍ਹਾਈ। ਸਤਿਗੁਰੂ ਮਹਾਰਾਜ ਪਾਤਸ਼ਾਹ ਫਿਰ ਕੱਲ੍ਹ ਦੇ ਦਿਨ ਗੁਰਤਾ ਗੱਦੀ ਦੀ ਜਿਹੜੀ ਦਸਤਾਰ ਸੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਦੇ ਕਰਕੇ ਤੇ ਗੋਇੰਦਵਾਲ ਸਾਹਿਬ ਵਾਪਸ ਪਰਤ ਆਉਂਦੇ ਆ। ਗੁਰੂ ਅਰਜਨ ਦੇਵ ਮਹਾਰਾਜ ਜੀ ਵੀ ਨਾਲ ਆਉਂਦੇ ਨੇ। ਅੱਜ ਦੇ ਦਿਨ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਜੀ ਜੋਤੀ ਜੋਤ ਸਮਾਉਂਦੇ ਆ ਤੇ ਗੋਇੰਦਵਾਲ ਸਾਹਿਬ ਦੀ ਧਰਤੀ ਦੇ ਉੱਤੇ ਸਤਿਗੁਰੂ ਮਹਾਰਾਜ ਜੀ ਦਾ ਅੰਤਮ ਸੰਸਕਾਰ ਕੀਤਾ ਜਾਂਦਾ ਹੈ। ਸਤਿਗੁਰੂ ਮਹਾਰਾਜ ਜੀ ਦੀ ਚਿਖਾ ਅੰਗੀਠਾ ਪੂਰੀ ਤਰ੍ਹਾਂ ਸਮੇਟਿਆ ਗਿਆ, ਫੁੱਲ ਨਹੀਂ ਚੁੱਕੇ ਗਏ। ਨਾ ਹੀ ਗੁਰੂ ਘਰ ਦੇ ਵਿੱਚ ਇਹ ਮਰਿਆਦਾ ਹੈ। ਰਹਿਤ ਮਰਿਆਦਾ ਦੇ ਵਿੱਚ ਹੀ ਹੁਕਮ ਸਾਨੂੰ ਸਤਿਗੁਰੂ ਨੇ ਬਖਸ਼ਿਸ਼ ਕੀਤਾ ਹੈ। ਪੰਥ ਦਾ ਇਹ ਹੁਕਮ ਹੈ ਕਿ ਫੁੱਲ ਨਹੀਂ ਚੁਗਣੇ, ਸਮੇਟਣਾ ਹੈ ਅੰਗੀਠਾ ਸਾਰਾ। ਅੰਗੀਠਾ ਵੀ ਸਮੇਟਿਆ ਜਾਂਦਾ ਹੈ ਤੇ ਉਧਰੋਂ ਪ੍ਰਿਥੀ ਚੰਦ ਨੂੰ ਜਿਹੜੀ ਸੀ ਖਬਰ ਮਿਲ ਗਈ ਕਿ ਸਤਿਗੁਰੂ ਮਹਾਰਾਜ ਜੋਤੀ ਜੋਤ ਸਮਾ ਗਿਆ। ਪ੍ਰਿਥੀ ਚੰਦ ਵੀ ਆਪਣੇ ਪਰਿਵਾਰ ਨੂੰ ਲੈ ਕੇ ਜਦੋਂ ਪਹੁੰਚਿਆ, ਬਾਬਾ ਮਹਾਦੇਵ ਵੀ ਨਾਲ ਨੇ ਤੇ ਸੰਗਤ ਦੇ ਵਿੱਚ ਰੋਸ ਸੀ। ਕਹਿੰਦੇ ਜਿੱਦਣ ਸੰਗਤ ਦੀਆਂ ਭੇਟਾਂ ਫੜਨੀਆਂ ਸੀ ਉਸ ਦਿਨ ਪ੍ਰਿਥੀ ਚੰਦ ਸਾਰਿਆਂ ਤੋਂ ਅੱਗੇ ਹੋਇਆ ਕਰਦਾ ਸੀ, ਤੇ ਜਿੱਦਣ ਸਤਿਗੁਰੂ ਮਹਾਰਾਜ ਜੀ ਦਾ ਅੰਤਮ ਸਮਾਂ ਸੀ ਉਦੋਂ ਵੀ ਤੂੰ ਦੌਲਤ ਹੀ ਸਾਂਭਦਾ ਰਿਹਾ, ਪਿਤਾ ਦਾ ਹੁਕਮ ਨਾ ਮੰਨ ਸਕਿਆ। ਹਾਲਾਂਕਿ ਇਤਿਹਾਸ ਕਹਿੰਦਾ ਹੈ ਕਿ ਉਹਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਤੇ ਬੜੇ ਦੂਸ਼ਣ ਵੀ ਲਾ ਦਿੱਤੇ ਕਿ ਕੱਲ੍ਹ ਤੇ ਗੁਰਤਾ ਗੱਦੀ ਤੇ ਬੈਠੇ ਤੇ ਅੱਜ ਸਤਿਗੁਰੂ ਪਿਤਾ ਨੂੰ ਇਹਨੇ ਸ਼ਾਇਦ ਜ਼ਹਿਰ ਦੇ ਦਿੱਤਾ ਤਾਂ ਗੁਰੂ ਸਾਹਿਬ ਚੜ੍ਹਾਈ ਕਰ ਗਏ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਜੇਕਰ ਦੂਰ ਸਤਿਗੁਰ ਤੋਂ ਜਾਂਦੇ ਸੀ ਨਾ ਤੇ ਮਨ ਦੇ ਵਿੱਚ ਇੱਕੋ ਹੀ ਗੱਲ ਹੁੰਦੀ ਸੀ ਕਿ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲੀਏ ਪ੍ਰੈ ਤੁਧ ਭਗਵੰਤਾ, ਮੋਹਿ ਰੈਨ ਨਾ ਵਿਹਾਵੇ ਨੀਂਦ ਨਾ ਆਵੇ, ਬਿਨ ਦੇਖੇ ਗੁਰ ਦਰਬਾਰੇ ਜੀਓ। ਅੱਜ ਸਤਿਗੁਰ ਮਹਾਰਾਜ ਜੀ ਦਾ ਜੋਤੀ ਜੋਤ ਪੁਰਬ ਹੈ। ਸੋ ਸਤਿਗੁਰੂ ਮਹਾਰਾਜ ਜੀ ਨੇ ਜੋ ਅੱਜ ਪਾਵਨ ਸ਼ਬਦ ਬਖਸ਼ਿਸ਼ ਕੀਤਾ, ਭੈਰੋ ਬਾਣੀ ਨਾਮ ਦਿਓ ਜਿਉ ਕੀ ਕਰ ਪਹਿਲਾ, ਰਾਗ ਭੈਰੋ ਦੇ ਅੰਦਰ ਭਗਤ ਨਾਮਦੇਵ ਜੀ ਦਾ ਉਚਾਰਨ ਕੀਤਾ ਹੋਇਆ ਪਾਵਨ ਬਚਨ ਨੇ ਤੇ ਪਹਿਲੇ ਘਰ ਦੇ ਵਿੱਚ ਗਾਉਣ ਦਾ ਹੁਕਮ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸਤਿਗੁਰੂ ਜੀ ਨੇ ਸੰਖੇਪ ਰੂਪ ਦੇ ਵਿੱਚ ਮੂਲ ਮੰਤਰ ਬਖਸ਼ਿਸ਼ ਕੀਤਾ ਹੈ ਕਿ ਉਹ ਪਰਮਾਤਮਾ ਅਕਾਲ ਪੁਰਖ ਇੱਕ ਹੈ, ਸਰਬ ਸ਼ਕਤੀਮਾਨ ਹੈ। ਉਹੀ ਸਾਰੇ ਸੰਸਾਰ ਨੂੰ ਪੈਦਾ ਕਰਦਾ ਹੈ
ਉਹੀ ਸੰਸਾਰ ਨੂੰ ਰਿਜ਼ਕ ਦਿੰਦਾ ਹੈ, ਉਹੀ ਸੰਸਾਰ ਨੂੰ ਸਮੇਟ ਕੇ ਆਪਣੇ ਵਿੱਚ ਲੀਨ ਕਰ ਦਿੰਦਾ ਹੈ। ਉਸ ਦੀ ਪ੍ਰਾਪਤੀ ਗੁਰ ਪ੍ਰਸਾਦ ਰਾਹੀਂ, ਗੁਰੂ ਦੀ ਕਿਰਪਾ ਦੇ ਰਾਹੀਂ ਹੁੰਦੀ ਹੈ। ਰੇ ਜਿਹਵਾ ਕਰੋ ਸਤਖੰਡ। ਸਤਖੰਡ ਦੇ ਅਰਥ ਹੁੰਦੇ ਨੇ 100 ਟੁਕੜੇ। ਸਤਿਗੁਰੂ ਮਹਾਰਾਜ ਗੁਰੂ ਅਰਜਨ ਦੇਵ ਜੀ ਨੇ ਬਾਣੀ ਕਿਰਪਾ ਕੀਤੀ, ਸਤਿਗੁਰੂ ਮਹਾਰਾਜ ਨੇ ਫੁਨਹੇ ਬਖਸ਼ਿਸ਼ ਕੀਤੇ ਆ। ਉਹਦੇ ਵਿੱਚ ਸਤਿਗੁਰੂ ਮਹਾਰਾਜ ਕਹਿੰਦੇ ਨੇ ਰਸਨਾ ਜਪੇ ਨਾ ਨਾਮ, ਤਿਲ ਤਿਲ ਕਰ ਕੱਟੀਏ। ਕਹਿੰਦੇ ਹੇ ਜੀਵ, ਜੇ ਤੂੰ ਨਾਮ ਨਹੀਂ ਨਾ ਜਪਦੀ, ਤੇਰੇ ਇੰਨੇ ਟੁਕੜੇ ਕਰ ਦੇਣੇ ਚਾਹੀਦੇ ਕਿ ਜਿਵੇਂ ਤਿਲ ਹੁੰਦਾ ਹੈ, ਤਿਲ ਦੇ ਦਾਣੇ ਜਿੰਨੇ, ਇੰਨੇ ਛੋਟੇ ਛੋਟੇ ਤੇਰੇ ਟੁਕੜੇ ਕਰਦੀ ਹੈ, ਤੂੰ ਫਿਰ ਕਿਸ ਕੰਮ ਦੀ ਹੈ। ਭਗਤ ਨਾਮਦੇਵ ਜੀ ਆਖਦੇ ਨੇ ਰੇ ਜਿਹਵਾ ਕਰੋ ਸਤਖੰਡ, ਕਿ ਜੇ ਤੂੰ ਨਾਮ ਨਹੀਂ ਨਾ ਜਪਣਾ ਤੇ ਮੈਂ ਤੇਰੇ 100 ਟੁਕੜੇ ਕਰ ਦੇਵਾਂ। ਜਾਮ ਨਾ ਉਚਰਸ ਸ਼੍ਰੀ ਗੋਬਿੰਦ, ਜੇ ਤੂੰ ਗੋਬਿੰਦ ਸ਼੍ਰੀ ਗੋਬਿੰਦ ਉਸ ਵਾਹਿਗੁਰੂ ਦੀ ਉਸਤਤ ਹੀ ਨਹੀਂ ਕਰਨੀ। ਸਤਿਗੁਰੂ ਮਹਾਰਾਜ ਕਹਿੰਦੇ ਨਾ ਕਿ ਇਹ ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ। ਪਿਆਸ ਨਾ ਜਾਏ ਹੋਰਤ ਕਿਤੇ, ਜੇ ਚਰ ਹਰ ਰਸ ਪੱਲੇ ਨਾ ਪਾਏ। ਹਰ ਰਸ ਪਾਏ ਪੱਲੇ, ਪੀਏ ਹਰ ਰਸ, ਬਹੁੜ ਨਾ ਤ੍ਰਿਸ਼ਨਾ ਲਾਗੇ ਆਏ। ਕਹੇ ਨਾਨਕ ਹੋਰ ਅਨ ਰਸ ਸਭ ਵਿਸਰੇ, ਜਾਂ ਹਰ ਵਸੇ ਮਨ ਆਏ। ਮਹਾਰਾਜ ਕਹਿੰਦੇ ਨੇ ਨਾਮ ਜਪਣ ਵਾਸਤੇ ਅਕਾਲ ਪੁਰਖ ਨੇ ਇਹ ਜੀਵ ਸਾਨੂੰ ਬਖਸ਼ਿਸ਼ ਕੀਤੀ ਹੈ। ਹੁਣ ਭਗਤ ਸਾਹਿਬ ਜੀ ਕਹਿੰਦੇ ਨੇ ਨਹੀਂ ਤੈਨੂੰ ਕੱਟ ਸੁੱਟੀਏ, ਜੇ ਤੂੰ ਜਪਣਾ ਹੀ ਨਹੀਂ। ਰੰਗੀਲੇ ਜਿਹਬਾ ਹਰ ਕੇ ਨਾਏ। ਭਗਤ ਨਾਮਦੇਵ ਜੀ ਕਹਿੰਦੇ ਨੇ ਮੇਰੇ ਤੇ ਮਾਲਕ ਨੇ ਕਿਰਪਾ ਕੀਤੀ ਹੈ ਕਿ ਮੇਰੀ ਜੀਵ ਜਿਹੜੀ ਹੈ ਨਾ ਹੁਣ ਰੱਬ ਦੇ ਰੰਗ ਦੇ ਵਿੱਚ ਰੰਗੀ ਗਈ ਹੈ। ਸੁਰੰਗ ਰੰਗੀਲੇ ਹਰ ਹਰ ਧਿਆਏ। ਸੁਰੰਗ ਰੰਗੀਲੇ ਪ੍ਰੇਮ ਸਹਿਤ ਹੁਣ ਨਾ ਮਾਲਕ ਦੇ ਉਸ ਵਾਹਿਗੁਰੂ ਦੇ ਨਾਮ ਨੂੰ ਜਪਦੀ ਹੈ। ਹਰ ਹਰ ਧਿਆਏ, ਹਰ ਵੇਲੇ ਉਹਦਾ ਨਾਮ ਜਪਦੀ ਹੈ। ਰਹਾਉ ਮਿਥਿਆ ਜਿਹਬਾ ਅਵਰੇ ਕਾਮ। ਕਹਿੰਦੇ ਜੇ ਜੀਵ ਦੇ ਨਾਲ ਕੇਵਲ ਦੁਨਿਆਵੀ ਗੱਲਾਂ ਹੁੰਦੀਆਂ ਪਈਆਂ ਹੈ ਨਾ, ਤੇ ਸਤਿਗੁਰੂ ਮਹਾਰਾਜ ਬਾਣੀ 'ਚ ਭਗਤ ਨਾਮਦੇਵ ਜੀ ਕਹਿੰਦੇ ਆ ਕਿ ਇਹ ਜੀਵ ਫਿਰ ਨਾ ਵਿਅਰਥ ਹੈ, ਇਹ ਕਿਸੇ ਵੀ ਕੰਮ ਦੀ ਨਹੀਂ। ਨਿਰਵਾਣ ਪਦ ਇੱਕ ਹਰ ਕੋ ਨਾਮ। ਕਹਿੰਦੇ ਨੇ ਜੀਵ ਜਿੰਨਾ ਨਾਮ ਜਪੇਗੀ ਨਾ ਫਿਰ ਇਹਨੂੰ ਉਹ ਪਦਵੀ ਮਿਲ ਜਾਂਦੀ ਏ ਜਿਹਨੂੰ ਨਿਰਵਾਣ ਪਦ ਕਿਹਾ ਜਾਂਦਾ, ਜਿਹੜਾ ਕਦੀ ਬਿਨਸਦਾ ਹੀ ਨਹੀਂ, ਹਮੇਸ਼ਾ ਰਹਿਣ ਵਾਲੀ ਪਦਵੀ ਜਿਹੜੀ ਹੈ। ਕਹਿੰਦੇ ਉਹ ਪਦਵੀ ਕੀ ਹੈ? ਇੱਕ ਹਰ ਕੋ ਨਾਮ। ਜੀਵ ਦੇ ਨਾਲ ਇੱਕ ਮਾਲਕ ਦਾ ਨਾਮ ਜਪਿਆ ਉਹ ਪਦਵੀ ਪ੍ਰਾਪਤ ਹੁੰਦੀ ਹੈ। ਅਸੰਖ ਕੋਟ ਅਨ ਪੂਜਾ ਕਰੀ। ਕਹਿੰਦੇ ਹੁਣ ਵਿਅਰਥ ਦੇ ਕੰਮ ਭਾਵੇਂ ਜਿੰਨੇ ਮਰਜ਼ੀ ਕਰੀ ਜਾਓ, ਜੀਵ ਦੇ ਨਾਲ ਦੁਨਿਆਵੀ ਗੀਤ ਜਿੰਨੇ ਮਰਜ਼ੀ ਗਾਈ ਜਾਓ, ਪਰ ਸਤਿਗੁਰੂ ਮਹਾਰਾਜ ਦੀ ਬਾਣੀ ਕਹਿ ਰਹੀ ਹੈ ਅਸੰਖ ਕੋਟ ਅਨ ਪੂਜਾ ਕਰੀ। ਅਨ ਪੂਜਾ ਇੱਕ ਮਾਲਕ ਅਕਾਲ ਪੁਰਖ ਨੂੰ ਛੱਡ ਕੇ ਤੇ ਅਨ ਪੂਜਾ ਹੋਰਾਂ ਪਾਸਿਆਂ ਲੱਗੀ ਰਹੀ ਹੋਵੇ ਜੀਵ। ਕਹਿੰਦੇ ਨਾ ਏਕ ਨਾ ਪੂਜਸ ਨਾਮੇ ਹਰੀ। ਕਹਿੰਦੇ ਜਿਹੜਾ ਕੰਮ ਸੀ ਨਾ ਕਿ ਇੱਕ ਮਾਲਕ ਨੂੰ ਪੂਜਣਾ, ਇੱਕ ਦਾ ਨਾਮ ਜਪਣਾ, ਕਹਿੰਦੇ ਉਹ ਨਹੀਂ ਕੀਤਾ। ਪ੍ਰਣਵੈ ਨਾਮ ਦਿਓ ਇਹੋ ਕਰਨਾ। ਭਗਤ ਨਾਮਦੇਵ ਜੀ ਕਹਿੰਦੇ ਨੇ ਮੈਂ ਆਪਣੇ ਜੀਵਨ ਦੇ ਵਿੱਚ ਨਾ ਇੱਕ ਗੰਢ ਬੰਨ੍ਹ ਲਈ ਆ। ਮੈਨੂੰ ਜਿਹੜਾ ਉਪਦੇਸ਼ ਮੇਰੇ ਮਾਲਕ ਨੇ ਦਿੱਤਾ ਹੈ ਨਾ, ਮੈਂ ਬਸ ਉਹੀ